बिस्मिल्लाहिर्रहमानिर्रहीम अस्सलाम वालेकुम तमाम मेरे दोस्तों के वीरों का की हाल है। मैं तुहाडे वीरों लई एक अज वीडियो लैके आया व्यापार के जानवरों के बारे जिहदे विच तुहानूं दिखावांगे कि किन्ने जानवरों तो भाई ने स्टार्ट किया काम ते इन्हां दी सारी एवरेज किन्नी है। सब तो पहले तो चारे का रूम जिवें कि तुहानूं नज़र आ रहा भाइयों ने चारे का किवें इंतजाम अच्छा खासा किया। उस तो बाद आ जानवरों के अंदर गर्मी तो बचाने लई जगह का यूज़। उस तो बाद साडे भाइयों के जिहड़े व्यापार के जानवर ने वो किवें रखते हैं, उन्हों का की ध्यान है। आ साडे जानवर नज़र आ रहे हैं। इहदे नाल ही दूसरी साइड ते भी जानवर ने। ये भाई साडे व्यापार का काम करते हैं ते वसी इलाके दे विच इन्हां दा नाम आ। मंडी दे विच जांदे आ, उत्थों जानवर लैके उन्होंने तैयार करके किवें सेल करते हैं। अज की वीडियो तुहानूं असीं दस्सांगे। आओ मिलाने अपने भाई दे नाल वो किवें सारे काम नूं सरअंजाम दे रहे हैं। अस्सलाम वालेकुम भाई। वालेकुम अस्सलाम। अच्छा भाई अपना नाम दस दो। अख्तर जमान बल्द मोहम्मद इस्लाम। केड़ा इलाका अपना? 311 जीम। अच्छी वीडियोस के लिए हमारे चैनल किसान दोस्त 311 को सब्सक्राइब करें और दोस्तों के साथ शेयर करना मत भूलिए। शुक्रिया। तहसील गोजरा जिला टोबा टेक सिंह। ते सारे जिवें कि मैं अपनी वीडियो दे विच पहले तुहानूं आ रहा सी जानवरों दी इन्फॉर्मेशन दे रहा सी कि तुसीं व्यापार दा काम करदे हो। हाँ जी किन्नी देर बिल्कुल। तो काम शुरू कीता? ये तकरीबन हम असी मेरे वालदैन पहला दादा जान करते सन, फिर वालदैन उस तो बाद असी भी अगों करने आ, शुरू तो यानी कि हाँ शुरू तो काम करने आ। ते उदों किन्ने जानवर सी तुहाडे कोल ते हुण तुसीं किन्ने क वधा लेन? उदों साडे कोल है सन कोई 5-6 डंगर हुंदे सन पहला। उस तो बाद अबू होरां ने जो कारोबार किया फिर इसनूं अगे लैके गए थोड़ा बहुता, ਇਹਦੇ ਵਿੱਚ खूब मुनाफा आया ਸਾਨੂੰ। इस करके डंगर ਅਸੀਂ होर पाले ने इजाफा किया ਜਿਹਦੇ ਨਾਲ ਸਾਨੂੰ मुनाफा ज़्यादा होया। इस करके ਅਸੀਂ ਇਹਨਾਂ ਨੂੰ शौक शौक ਨਾਲ पालने आ, ਇਹਨਾਂ ਦੀ खिदमत करने आ। ਤੇ तकरीबन ਅਸੀਂ ਮੰਡੀਆਂ 'ਚ माल लैके आउने आ, फंडर लैके आउने आ, गब्बन लैके बेचने आ। 8 माह 6 माह तक वो डंगर तैयार हो जाता, ਜਿਹਦੇ ਨਾਲ ਸਾਨੂੰ तकरीबन दुगना मुनाफा ਜਾਂ 1.5 ਲੱਖ बच जाता। ਤੇ ਕਿੰਨੇ ਜਾਨਵਰ ਤੁਹਾਡੇ ਕੋਲ ਇਸ ਟਾਈਮ ਟੋਟਲ? ਸਾਡੇ ਕੋਲ तकरीबन इस टाइम है ने 40-45 ਦੇ ਲਗਭਗ ਨੇ। ਅੱਛਾ 40-45 ਤੁਹਾਡੇ ਕੋਲ ਇਸ ਟਾਈਮ ਟੋਟਲ ਜਾਨਵਰ ਨੇ? ਹਾਂਜੀ। ਤੇ 40-45 ਜਾਨਵਰਾਂ ਦੀ ਖੁਰਾਕ ਅੱਛੀ ਖਾਸੀ, ਇਹਨਾਂ ਲਈ ਵੰਡਾ ਵੀ ਯੂਜ਼ ਹੁੰਦਾ, ਸਾਰਾ ਕੁਝ ਹੁੰਦਾ ਹੈ। ਹਾਂਜੀ ਉਹਦਾ ਇੰਤਜ਼ਾਮ ਤੁਸੀਂ ਕਿਵੇਂ ਕਰਦੇ ਹੋ? ਕੋਈ ਬੰਦਾ ਵੀ ਨਾਲ ਰੱਖਿਆ ਆਪਣੇ ਪਹਿਲੇ? ਹਾਂਜੀ तकरीबन 3 ਮੁਲਾਜ਼ਮ ਰੱਖੇ ਨੇ, 3-4 ਭਾਈ ਅਸੀਂ ਆਪ ਆ ਇਹਨਾਂ ਦੀ ਖਿਦਮਤ ਵਾਸਤੇ ਕੰਮ ਕਰਨ ਲਈ। ਹਾਂਜੀ। ਤੇ ਇਹਨਾਂ ਜਾਨਵਰਾਂ ਦੀ ਖੁਰਾਕ ਤੁਸੀਂ ਜਿਹੜੀ ਇਸਤੇਮਾਲ ਕਰਦੇ ਹੋ ਪੱਠਾ ਕਰਦੇ ਹੋ ਕਿ ਸੈਲ ਯੂਜ਼ ਕਰਦੇ ਹੋ? ਨਹੀਂ ਅਸੀਂ ਪੱਠਾ ਕਰਨਾ ਸ਼ੁਰੂ ਤੋਂ ਹੀ ਪੱਠਾ ਕਰਦੇ ਆ। ਸੈਲਜ ਅਸੀਂ ਨਾ ਸਾਡੇ ਕੋਲ ਫੋਡ ਹੋ ਸਕਦਾ ਸੈਲਜ ਨਾ ਹੀ ਅਸੀਂ ਇਸਤੇਮਾਲ ਕੀਤਾ ਅਜੇ ਤੱਕ। ਤੇ ਚਲੋ ਤੇ ਜਿਹੜੇ ਤੁਹਾਡੇ ਕੋਲ 40-45 ਤੁਸੀਂ ਦੱਸਿਆ, ਇਹਨਾਂ ਤੋਂ ਦੁੱਧ ਕਿੰਨਾ ਕੁ ਹਾਸਲ ਕਰ ਲੈਂਦੇ? ਇਹਨਾਂ ਦਾ ਦੁੱਧ ਤਕਰੀਬਨ ਫਿਲਹਾਲ ਸਰਦੀਆਂ ਦੇ ਵਿੱਚ ਅਸੀਂ 2 ਮਣ ਦੇ ਲਾਗੇ ਹਾਸਲ ਕਰ ਲੈਨੇ ਆ। ਅੱਛਾ 2 ਮਣ ਤੁਸੀਂ ਦੁੱਧ ਹਾਸਲ ਕਰ ਲੈਂਦੇ ਟੋਟਲ। ਤੇ ਤੁਹਾਡੇ ਇਲਾਕੇ ਵਿੱਚ ਦੁੱਧ ਦਾ ਰੇਟ ਕੀ ਅੱਛਾ ਖਾਸਾ ਮਿਲ ਜਾਂਦਾ? ਨਹੀਂ ਐਡਾ ਅੱਛਾ ਖਾਸਾ ਨਹੀਂਗਾ ਮਿਲਦਾ, ਤਕਰੀਬਨ 50-55 ਰੁਪਏ ਮਿਲਦਾ। ਤੇ ਜਿਹਦੀ ਵਜ੍ਹਾ ਤੋਂ ਖਲ ਜਿਹੜੀ ਆ ਬਹੁਤ ਜ਼ਿਆਦਾ ਮਹਿੰਗੀ ਆ, 3000-3500 ਦੇ ਲਾਗੇ ਆ। ਤੇ ਵੰਡੇ ਨਾਲ ਨਹੀਂ ਤਕਰੀਬਨ ਪੂਰੇ ਆਇਆ ਜਾ ਸਕਦਾ ਤੇ ਇਹਦੇ ਲਈ ਮਹਿੰਗਾਈ ਦੀ ਵਜ੍ਹਾ ਤੋਂ। ਖਾਲ ਯੂਜ਼ ਕਰਦੇ? ਨਹੀਂ ਅਸੀਂ ਖਾਲ ਹੀ ਇਸਤੇਮਾਲ ਕਰਨੇ ਆ। ਤੁਸੀਂ ਅੱਗੇ ਦੱਸ ਰਹੇ ਹੋ ਕਿ ਵੰਡੇ ਦਾ ਥੋੜਾ ਨੁਕਸਾਨ ਹੈ, ਅਸੀਂ ਤਾਂ ਨਹੀਂ ਯੂਜ਼ ਕਰਦੇ। ਵੰਡੇ ਦਾ ਨੁਕਸਾਨ ਹੈ, ਵੰਡਾ ਉਹਨਾਂ ਦੁੱਧ ਦੀ ਪੈਦਾਵਾਰ ਨਹੀਂ ਦਿੰਦਾ ਜਿੰਨੀ ਅਸਲ 'ਚ ਖਲ ਦਿੰਦੀ ਆ। ਵੰਡਾ ਜ਼ਿਆਦਾ ਹੁੰਦਾ ਵਾ ਗਰਮ ਸਿੰਗਣੀ ਵਗੈਰਾ, ਅੰਦਰੋਂ ਜਾਨਵਰ ਜਿਹੜਾ ਹੀਟੇਬਲ ਹੋ ਜਾਂਦਾ ਵਾ। ਉਹ ਫਿਰ ਇਸ ਤਰ੍ਹਾਂ ਨਾਲ ਜਿਹੜਾ ਅਗਲੇ ਵਾਸਤੇ ਯਾਨੀ ਕਿ ਬਣਵਾਈ ਵਾਸਤੇ ਸੂਣ ਵਾਸਤੇ ਉਹ ਨਹੀਂ ਜ਼ਿਆਦਾ ਠਹਿਰਦਾ, ਉਹਦੇ ਅੰਦਰ ਹੀਟ ਜ਼ਿਆਦਾ ਹੋ ਜਾਂਦੀ ਆ ਵੰਡੇ ਦੀ ਵਜ੍ਹਾ ਤੋਂ। ਖਲ ਜਿਹੜੀ ਆ ਭਿਉਂ ਕੇ ਪਾਈਏ ਤੇ ਬਿਲਕੁਲ ਠੰਡੀ ਹੁੰਦੀ ਆ, ਇਹਦੇ ਵਾਸਤੇ ਸਿਹਤ ਵੀ ਹੁੰਦੀ ਆ ਤੇ ਅੰਦਰੋਂ ਵੀ ਜਾਨਵਰ ਠੰਡਾ ਰਹਿੰਦਾ ਤੇ ਦੁੱਧ ਦੀ ਪੈਦਾਵਾਰ ਜ਼ਿਆਦਾ ਹੁੰਦੀ ਆ। ਤੇ ਤੁਹਾਡੇ ਇੱਕ ਜਾਨਵਰ ਦਾ ਕਿੰਨਾ ਕੁ ਡੇਅਰੀ ਦਾ ਵੰਡਾ ਯੂਜ਼ ਕਰ ਰਹੇ ਹੋ ਤੁਸੀਂ? ਤਕਰੀਬਨ ਕੋਈ 6 ਸਿਰ ਦੇ ਲਾਗੇ। ਦੁੱਧ ਵਾਲੇ ਨੂੰ ਜ਼ਿਆਦਾ ਦਿੰਦੇ ਹੋ, ਦੂਸਰੇ ਨੂੰ ਘੱਟ? ਨਹੀਂ ਤਕਰੀਬਨ ਇਕੱਠਾ ਹੀ ਸੁੱਟ ਦਈਦਾ ਫਿਰ ਤੇ ਅੱਛਾ ਆਪਣੀ ਮਕਦਾਰ ਨਾਲ ਜਿੰਨਾ ਹੁੰਦਾ ਖਾ ਲੈਂਦੇ ਨੇ। ਤੁਹਾਡੇ ਕੋਲ ਗਾਈਆਂ ਵੀ ਮੈਂ ਦੇਖ ਆਈਆਂ ਅੱਗੇ ਵੀਡੀਓ ਦੇ ਵਿੱਚ, ਮੱਝਾਂ ਵੀ ਨੇ। ਤੇ ਤੁਹਾਡੇ ਕੋਲ ਗਾਈਆਂ ਕਿਹੜੀ ਨਸਲ ਦੀਆਂ ਨੇ? ਗਾਈਆਂ ਸਾਡੇ ਕੋਲ ਕਰਾਸ ਦੀਆਂ ਨੇ। ਅੱਛਾ ਕਰਾਸ ਦੀਆਂ ਗਾਈਆਂ ਰੱਖੀਆਂ? ਹਾਂਜੀ ਜ਼ਿਆਦਾ ਸ਼ੌਕ ਅਸੀਂ ਕਰਾਸ ਦਾ ਹੀ ਕਰਨੇ ਆ ਕਿਉਂਕਿ ਇੱਥੇ ਗਰਮੀ ਜ਼ਿਆਦਾ, ਸਾਡੇ ਕੋਲ ਨਹੀਂ ਇਹਨਾਂ ਨੂੰ ਵਲੈਤਣੀ ਜਾਂ ਦੂਸਰੀ ਨੂੰ ਅਫੋਰਡ ਹੋ ਤੁਹਾਡਾ ਸਕਦਾ। ਸਾਰਾ ਜਿਹੜਾ ਸਿਸਟਮ ਹੈ ਵਪਾਰ ਦਾ ਹੀ ਹੈ ਕਿ ਗਾਈਆਂ ਤੁਸੀਂ ਘਰ ਲਈ ਰੱਖੀਆਂ ਨੇ ਜਾਂ? ਨਹੀਂ ਘਰ ਲਈ ਰੱਖੀਆਂ, ਗਾਂ ਜਿਹੜੀ ਉਹ ਵੀ ਵੇਚਦੀ ਦੀ ਆ, ਜਾਨਵਰ ਮੱਝ ਵੀ ਵੇਚਦੀ ਤਿਆਰ ਕਰਕੇ, ਦੋਵੇਂ ਚੀਜ਼ਾਂ ਹੀ ਵੇਚਦੀ ਦੀਆਂ। ਤੁਹਾਡੇ ਕੋਲ ਜਿਹੜਾ ਤੁਸੀਂ ਵਪਾਰ ਦਾ ਜਾਨਵਰ ਲੈਂਦੇ ਹੋ ਕਿਹੜੀ ਕਿਹੜੀ ਮੰਡੀ ਯੂਜ਼ ਕਰਦੇ ਹੋ, ਕਿੱਥੋਂ ਕਿੱਥੋਂ ਖਰੀਦਦੇ ਹੋ ਜਾ ਕੇ? ਅਸੀਂ ਤਕਰੀਬਨ ਆਪਣੇ ਇਲਾਕੇ 'ਚ ਇਰਦ ਗਿਰਦ ਦੇ
ਜਾ ਕੇ ਦੂਰ ਦਰਾਜ਼ ਇਲਾਕਿਆਂ 'ਚ ਵੀ ਖਰੀਦ ਲੈਂਦੇ ਹਾਂ, ਫੈਸਲਾਬਾਦ, ਸਮੁੰਦਰੀ, ਗੋਜਰਾ, ਟੋਬਾ। ਤੇ ਮੰਡੀ ਅਸੀਂ ਜ਼ਿਆਦਾਤਰ ਇਸਤੇਮਾਲ ਕਰਨੇ ਹਾਂ ਗੋਜਰੇ ਦੀ ਤੇ ਮੱਲੂ ਮੋੜ ਝੰਗ। ਮੇਨ ਜਾਨਵਰ ਖਰੀਦਣ ਦਾ ਤੁਹਾਨੂੰ ਮੰਡੀ 'ਚ ਫਾਇਦਾ ਹੈ ਕਿ ਇਲਾਕੇ 'ਚ ਫਿਰ ਤੁਰ ਕੇ ਜਾਨਵਰ ਲੈਣ ਦਾ ਫਾਇਦਾ? ਦੋਵਾਂ ਸਾਈਡਾਂ ਤੋਂ ਬੈਨੀਫਿਟ ਬਹਿ ਜਾਂਦਾ ਜੇ ਡੰਗਰ ਆਪਣੀ ਮੁਨਾਸਬ ਕੀਮਤ ਨਾਲ ਮਿਲ ਜੇ ਤੇ। ਅੱਛਾ, ਨਹੀਂ ਆਂਦਾ ਨਾ ਕਿ ਮੰਡੀਆਂ ਦੇ ਵਿੱਚ ਥੋੜੀ 2 ਨੰਬਰੀ ਹੋ ਜਾਂਦੀ ਹੈ ਉਹ ਨਹੀਂ? ਨਹੀਂ, ਅਲਹਮਦੁਲਿਲਾ ਉਹ ਵੇਖੋ ਖੁਦਾ ਦੀ ਕੁਦਰਤ ਹੈ, ਜਿਸ ਟਾਈਮ ਚਾਹੇ ਮਾਰ ਸਕਦਾ ਵਾ। ਬਾਰਖਲ ਅਲਹਮਦੁਲਿਲਾ ਸਾਨੂੰ ਇਸ ਗੱਲ ਦਾ ਤਜਰਬਾ ਵਾ, ਅਸੀਂ ਅੱਜ ਤੱਕ ਮਾਰ ਨਹੀਂ ਖਾਧੀ ਮੰਡੀਆਂ ਦੇ ਵਿੱਚੋਂ। ਸਹੀ ਹੈ। ਤੇ ਮੰਡੀ ਤੁਸੀਂ ਜਦੋਂ ਜਾਨਵਰ ਖਰੀਦਦੇ ਹੋ ਜਾਂ ਇਲਾਕੇ 'ਚੋਂ ਖਰੀਦਦੇ ਹੋ, ਕਿਹੜੀਆਂ ਐਸੀਆਂ ਖੂਬੀਆਂ ਜਾਨਵਰ 'ਚ ਦੇਖਦੇ ਹੋ ਕਿ ਤੁਸੀਂ ਉਹ ਖਰੀਦੋ ਤੇ ਤਾਂ ਕਿ ਉਹਦਾ ਰੇਟ ਅੱਗੋਂ ਜ਼ਿਆਦਾ ਲੱਗੇ? ਫਿਰ ਅਸੀਂ ਉਹਨੂੰ ਤਕਰੀਬਨ ਹਰ ਜਗ੍ਹਾ ਤੋਂ ਦੇਖਦੇ ਹਾਂ, ਥਣ, ਚੱਡਾ, ਉਹਦਾ ਵਜੂਦ, ਸਿੰਗ, ਤਕਰੀਬਨ ਪੂਰਾ ਸਨੱਪ ਡੰਗਰ 'ਚ ਹੋਏ ਫਿਰ ਅਸੀਂ ਖਰੀਦਨੇ ਆ, ਕਿਉਂਕਿ ਸਾਡੇ ਕੋਲ ਗਾਹਕ ਹੀ ਇਸ ਤਰ੍ਹਾਂ ਦੇ ਆਉਂਦੇ ਨੇ, ਇਸ ਕਰਕੇ ਸਾਡਾ ਅੱਗੇ ਜਾ ਸਕਦਾ ਜਾਨਵਰ। ਤੇ ਤੁਸੀਂ ਜਾਨਵਰ ਦੁੱਧ ਵਾਲਾ ਜਿਹੜਾ ਫੰਡਰ ਹੈ ਮਤਲਬ ਕਿੰਨੇ ਤੱਕ ਤੁਸੀਂ ਖਰੀਦ ਲੈਂਦੇ ਹੋ? ਸਾਲ ਜਾਂ 6 ਮਹੀਨੇ ਕਿੰਨੀ ਹਿਫਾਜ਼ਤ ਕਰਦੇ ਹੋ? ਕਿੰਨੇ ਦਾ ਫਿਰ ਸੇਲ ਹੋ ਜਾਂਦਾ? ਅਸੀਂ ਤਕਰੀਬਨ ਕੋਈ ਲੱਖ ਸਵਾ ਦਾ ਲੈ ਲੈਂਦੇ ਹਾਂ, ਜਿਹੜੀ ਮੱਝ ਹੁੰਦੀ ਆ ਖੰਗਰ ਟੈਪ ਜਿਹਨੂੰ ਆਉਂਦੇ ਨੇ, ਤੇ ਉਹ ਸੇਵਾ ਕਰਕੇ ਨਾਲ ਦੁੱਧ ਦੇਈ ਜਾਂਦੀ ਆ, ਨਾਲੇ ਅੱਗੋਂ ਬਣ ਜਾਂਦੀ ਆ। ਉਸ ਕਰਕੇ ਸਾਨੂੰ ਤਕਰੀਬਨ ਕੋਈ 8-9 ਮਹੀਨੇ ਦੇ ਵਿੱਚ ਉਹ ਪੈਸੇ ਵੀ ਪੂਰੇ ਕਰ ਜਾਂਦੀ ਆ ਤੇ ਮੁਨਾਫਾ ਵੀ ਆ ਜਾਂਦਾ ਵਾ। ਦੁੱਧ ਦਾ ਵੀ ਮੁਨਾਫਾ ਹੋ ਜਾਂਦਾ ਹੈ? ਦੁੱਧ ਦਾ ਵੀ ਮੁਨਾਫਾ ਹੋ ਜਾਂਦਾ। ਅੱਗੋਂ ਵੀ ਡਬਲ ਮਤਲਬ ਅਗਰ ਤੁਸੀਂ ਲੱਖ ਦੀ ਜਾਂ 20 ਦੀ ਜਾਂ 1.5 ਦੀ ਲੈਂਦੇ ਹੋ ਤਾਂ ਕਿੰਨੇ ਦੀ ਸੇਲ ਹੋ ਜਾਂਦੀ ਤੁਹਾਨੂੰ? ਤਕਰੀਬਨ ਹੋ ਜਾਂਦੀ ਆ ਕੋਈ 2.5 2.20 ਇੱਥੇ ਕੁ ਲਗਭਗ ਹੋ ਜਾਂਦੀ ਆ। ਹਾਲਾਂਕਿ ਅਸੀਂ 3 ਟਾਈਮ, ਇੱਕ ਟਾਈਮ ਦੁੱਧ ਤੇ 3 ਟਾਈਮ, ਇੱਕ 6 ਸਿਰ ਦੁੱਧ ਦਿਹਾੜੀ ਦਾ ਚੋ ਲੈਂਦੇ ਆ ਉਹਦਾ। ਤੇ ਮਤਲਬ ਇੱਕ ਤੁਸੀਂ ਅਗਰ ਜਾਨਵਰ ਲੈਂਦੇ ਹੋ ਦੁੱਧ ਲੈਦਾ ਤੁਸੀਂ ਉਹਦਾ ਹਾਸਲ ਕਰਦੇ ਹੋ ਤੇ ਲੱਖ ਜਾਂ 20 ਜਾਂ 90,000 ਜਿਹੜਾ ਪ੍ਰੋਫਿਟ ਆ ਉਹ ਤੁਹਾਡਾ ਲੈਦਾ ਹੈ? ਬਿਲਕੁਲ ਇਨਸ਼ਾਅੱਲਾ ਲੈਦਾ ਮਿਲਦਾ ਸਾਨੂੰ। ਤੁਹਾਨੂੰ ਕਿੰਨੇ ਕੁ ਪੈਸੇ ਬਚ ਜਾਂਦੇ ਆ ਤੁਹਾਡੇ ਸਾਰੇ ਵੰਡੇ ਦੇ ਖਰਚੇ ਕੱਢ ਕੇ ਜਾਂ ਪੱਠਿਆਂ ਦੇ? ਕੀ ਬਚਾ ਲੈਂਦੇ ਹੋ ਤੁਸੀਂ ਆਪਣੇ ਲਈ? ਤਕਰੀਬਨ ਕੋ ਮਹੀਨੇ ਸਾਲ ਦੇ ਵਿੱਚ ਰੁਪਈਆ ਕੋ 5-6 ਲੱਖ 7 ਲੱਖ ਬਚ ਜਾਂਦਾ ਸਾਲ ਦੇ ਵਿੱਚ? ਹਾਂਜੀ। ਇਹ ਜਾਨਵਰ ਦਾ ਵਪਾਰ ਕਰਕੇ? ਹਾਂਜੀ ਅਲਹਮਦੁਲਿਲਾ। ਤੇ ਖਰਚੇ ਛੋਟੇ ਮੋਟੇ ਜਿਹੜੇ ਨੇ ਤੁਹਾਡਾ ਘਰ ਦਾ ਵੀ ਸਿਸਟਮ ਜਿਹੜਾ ਦੁੱਧ ਦੇ ਨਾਲ? ਬਿਲਕੁਲ, ਇਹ ਕਿਉਂਕਿ ਸਾਡਾ ਰੋਜ਼ਗਾਰ ਹੀ ਇਹੋ, ਕਾਰੋਬਾਰ ਹੀ ਇਹੋ ਸਾਡਾ, ਹੋਰ ਅਸੀਂ ਕੁਝ ਕਰਦੇ ਨਹੀਂ ਗੇ। ਇਹ ਮਤਲਬ ਤੁਸੀਂ ਆਪਣਾ ਕਾਰੋਬਾਰ ਹੀ ਇਹਨੂੰ ਬਣਾਇਆ ਹੈ? ਕਾਰੋਬਾਰ ਹੀ। ਤੇ ਇਹ ਕਾਰੋਬਾਰ ਦਾ ਤੁਹਾਡਾ ਅੱਛਾ ਖਾਸਾ ਮਤਲਬ ਘਰ ਦਾ ਸਿਸਟਮ ਬੜਾ ਵੀਆਈਪੀ ਚੱਲ ਰਿਹਾ? ਬਿਲਕੁਲ ਅਲਹਮਦੁਲਿਲਾ। ਤੇ ਛੋਟੇ ਮੋਟੇ ਜਿਹੜੇ ਖਰਚੇ ਤੁਸੀਂ ਦੱਸ ਰਹੇ ਸੀ ਕਿ ਦੁੱਧ ਦੀ ਪੈਦਾਵਾਰ 'ਚ ਤੁਸੀਂ ਕੱਢ ਲੈਂਦੇ ਹੋ ਇਨਸ਼ਾਅੱਲਾ। ਤੇ ਉਹ ਜਿਹੜੇ ਮਜ਼ਦੂਰਾਂ ਦੇ ਖਰਚੇ ਨੇ ਸਾਰੇ ਤੁਹਾਡੇ ਦੁੱਧ 'ਚ ਪੂਰੇ ਹੋ ਜਾਂਦੇ? ਹਾਂ ਬਿਲਕੁਲ, ਸਾਰੇ ਹੀ ਕਾਰੋਬਾਰ ਦੇ ਵਿੱਚ ਹੀ ਆ ਜਾਂਦੇ ਅਲਹਮਦੁਲਿਲਾ, ਸਾਰੇ ਹੀ ਅਫੋਰਡ ਹੋ ਜਾਂਦੇ ਨੇ। ਸਹੀ ਹੈ। ਤੇ ਸਰ ਤੁਸੀਂ ਅਗਰ ਕੋਈ ਇਨਫੋਰਮੇਸ਼ਨ ਦੇਣਾ ਚਾਹੋ ਸਾਡੇ ਭਰਾਵਾਂ ਨੂੰ, ਅਗਰ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਤੇ ਕੀ ਰਾਏ ਉਹਨੂੰ ਦਿਓਗੇ? ਕਿਵੇਂ ਉਹ ਜਾਨਵਰ ਰੱਖੇ? ਉਹਦੇ ਲਈ ਟਾਈਮ ਕਿੰਨਾ ਕੁ ਦੇਣਾ ਜ਼ਰੂਰੀ ਹੈ? ਕਿਉਂਕਿ ਇਹਨਾਂ ਵਾਸਤੇ ਟਾਈਮ ਤਕਰੀਬਨ ਬੰਦੇ ਕੋਲ 24 ਘੰਟੇ ਵਾਸਤੇ ਹੋਣਾ ਚਾਹੀਦਾ ਵਾ। ਅੱਛਾ। 2-4 ਘੰਟੇ ਤੇ ਫਾਰਗ ਹੁੰਦੇ ਹੀ ਆ। ਇਹਨਾਂ ਤੋਂ ਨਾ ਤੇ ਛੁੱਟੀ ਹੋ ਸਕਦੀ ਹੈ ਤੇ ਨਾ ਕੋਈ ਗੈਰ ਹਾਜ਼ਰੀ ਹੋ ਸਕਦੀ ਹੈ, ਤੇ ਬਲਕਿ ਇਹਦੇ ਵਿੱਚ ਅੱਲਾਹ ਤਾਲਾ ਨੇ ਬਰਕਤ ਬਹੁਤ ਪਾਈ ਆ ਤੇ ਖੂਬ ਮੁਨਾਫਾ। ਅਗਰ ਬੰਦਾ ਆਪਣੀ ਜ਼ਿੰਮੇਵਾਰੀ ਇਹਨਾਂ ਦੀ ਦੇਖਭਾਲ ਕਰੇ, ਸ਼ੌਕ ਨਾਲ ਇਹਨਾਂ ਦੀ ਹਿਫਾਜ਼ਤ ਕਰੇ, ਖਿਦਮਤ ਕਰੇ, ਤੇ ਇਹਦੇ ਵਿੱਚ ਕੋਈ ਘਾਟਾ ਨਹੀਂਗਾ। ਕਿਉਂਕਿ ਅਸੀਂ ਤਾਂ ਸ਼ੁਰੂ ਤੋਂ ਕਰਦੇ ਆ ਰਹੇ ਹਾਂ, ਦਾਦਾ ਜਾਨ ਨੇ ਕੀਤਾ, ਫਿਰ ਵਾਲਦ ਨੇ, ਅੱਗੋਂ ਅਸੀਂ ਵੀ ਇਹੋ ਹੀ ਕੰਮ ਕਰਨ ਰਹੇ ਹਾਂ, ਇਸ ਕਰਕੇ। ਚਲੋ ਸਰ, ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਅੱਲਾਹ ਹਾਫਿਜ਼।